ਕਨੈਕਟ ਐਫਐਮ ਕੈਨੇਡਾ ਵਿੱਚ ਤੁਹਾਡਾ ਸਵਾਗਤ ਹੈ। ਮੈਂ ਮਨਪ੍ਰੀਤ ਰੰਧਾਵਾ। ਅਕਸਰ ਸਾਡੇ ਸਮਾਜ ਦੇ ਵਿੱਚ ਇਹ ਗੱਲ ਕਹੀ ਜਾਂਦੀ ਆ ਕਿ ਜਦੋਂ ਕੋਈ ਵਿਅਕਤੀ ਪੜ੍ਹ ਲਿਖ ਜਾਂਦਾ ਤੇ ਉਹ ਸੁਪਰਸਟੀਸ਼ਨਸ ਤੋਂ ਜਾਂ ਅੰਧ ਵਿਸ਼ਵਾਸ ਤੋਂ ਦੂਰ ਹੋ ਜਾਂਦਾ, ਤਰਕ ਸੰਗਤ ਗੱਲਾਂ ਕਰਨ ਲੱਗ ਜਾਂਦਾ, ਜਾਂ ਉਹਦਾ ਜਿਹੜਾ ਟੈਂਪਰਾਮੈਂਟ ਆ ਉਹ ਸਾਇੰਟੀਫਿਕ ਹੋ ਜਾਂਦਾ। ਉਹ ਸਾਇੰਟੀਫਿਕ ਚੀਜ਼ਾਂ ਵੱਲ, ਜਿਸ ਤਰ੍ਹਾਂ ਸਾਇੰਸ ਕਹਿੰਦੀ ਹੈ, ਉਸ ਵੱਲ ਉਹਦਾ ਜਿਹੜਾ ਧਿਆਨ ਆ ਜਾਂ ਉਹਦੇ ਜਿਹੜੇ ਤਰਕ ਨੇ ਉਸ ਪਾਸੇ ਨੂੰ ਜਾਣ ਲੱਗ ਪੈਂਦੇ ਨੇ। ਪਰ ਮੈਂ ਜਿਹੜੀ ਤੁਹਾਨੂੰ ਗੱਲ ਦੱਸ ਰਿਹਾ ਉਹ ਗੱਲ ਦੱਸ ਰਿਹਾ ਪਟਿਆਲਾ ਦੇ ਇੱਕ ਪਰਿਵਾਰ ਦੀ, ਇੱਕ ਸਿਆਸੀ ਪਰਿਵਾਰ ਦੀ, ਜਿਨ੍ਹਾਂ ਨੇ ਇੱਕ ਅੰਧ ਵਿਸ਼ਵਾਸ ਨੂੰ, ਇੱਕ ਸੁਪਰਸਟੀਸ਼ਨ ਨੂੰ ਆਪਣੀ ਸਿਆਸੀ ਫਾਇਦੇ ਦੇ ਲਈ ਲਗਾਤਾਰ ਅੱਗੇ ਵਧਾਇਆ। ਪਟਿਆਲੇ ਦਾ ਉਹ ਸਿਆਸੀ ਪਰਿਵਾਰ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ, ਉਹਨਾਂ ਦੀ ਪਤਨੀ ਪ੍ਰਨੀਤ ਕੌਰ ਜਿਹੜੇ ਇਸ ਟਾਈਮ ਵੀ ਮੈਂਬਰ ਪਾਰਲੀਮੈਂਟ ਨੇ ਪਟਿਆਲੇ ਤੋਂ, ਉਹ ਲਗਾਤਾਰ ਨੱਥ ਚੂੜਾ ਚੜਾ ਰਿਹਾ ਵੱਡੀ ਨਦੀ ਦੇ ਵਿੱਚ ਤੇ ਲੋਕਾਂ ਨੂੰ ਇਹ ਯਕੀਨ ਦਿਵਾ ਰਿਹਾ ਕਿ ਦੇਖੋ ਜੀ, ਸਾਡਾ ਨੱਥ ਚੂੜਾ ਚੜਾਉਣ ਦੇ ਨਾਲ ਜਦੋਂ ਅਸੀਂ ਚੜਾਉਂਦੇ ਆ ਤੇ ਕਿਸ ਤਰ੍ਹਾਂ ਜਿਹੜਾ ਹੜ੍ਹਾਂ ਦਾ ਪਾਣੀ ਆ ਉਹ ਵਾਪਸ ਚਲਾ ਜਾਂਦਾ, ਉਹ ਰਸੀਦ ਹੋ ਜਾਂਦਾ, ਉਹ ਪਿੱਛੇ ਚਲਾ ਜਾਂਦਾ ਤੇ ਹੜ੍ਹ ਖਤਮ ਹੋ ਜਾਂਦੇ ਨੇ। ਕਿਉਂ ਇਹ ਜਿਹੜਾ ਪਰਿਵਾਰ ਆ ਇਹ ਲਗਾਤਾਰ ਇਹ ਚੀਜ਼ ਨੂੰ ਵਧਾ ਰਿਹਾ ਸੀ ਅੱਗੇ, ਤੇ ਜਿਹੜੇ ਲੋਕ ਇਸ ਚੀਜ਼ ਨੂੰ ਅੱਗੇ ਵਧਾ ਰਹੇ ਸੀ ਜਾਂ ਇਹਨੂੰ ਮੰਨ ਰਹੇ ਸੀ ਜਾਂ ਉਹਨਾਂ ਦਾ ਇਸ ਦੇ ਵਿੱਚ ਕੀ ਫਾਇਦਾ ਸੀ, ਇਸ ਬਾਰੇ ਤਮਾਮ ਗੱਲ ਕਰਾਂਗੇ। ਤੇ ਨਾਲ ਹੀ ਗੱਲ ਕਰਾਂਗੇ ਕੁਝ ਜਿਹੜੇ ਬਾਬੂ ਨੇ ਉਹ ਵੱਡੇ ਤਾਂ ਹੋ ਜਾਂਦੇ ਨੇ ਪਰ ਉਹਨਾਂ ਦੀਆਂ ਜਿਹੜੀਆਂ ਈਗੋਜ਼ ਨੇ, ਉਹਨਾਂ ਦਾ ਹਉਮੈ ਹੰਕਾਰ ਬਹੁਤ ਛੋਟਾ ਹੁੰਦਾ। ਮੈਂ ਗੱਲ ਕਰ ਰਿਹਾ ਪੰਜਾਬ ਦੇ ਨਵੇਂ ਮੁੱਖ ਸਕੱਤਰ ਦੀ, 1993 ਬੈਚ ਦੇ IAS ਆਫੀਸਰ ਅਨੁਰਾਗ ਵਰਮਾ ਦੀ। ਉਹਨਾਂ ਨੂੰ ਆਪਾਂ ਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਮੁੱਖ ਸਕੱਤਰ ਲਾਤਾ, ਚੀਫ ਸੈਕਟਰੀ ਪੰਜਾਬ ਦੇ ਲਾਤਾ, ਜਿਹੜਾ ਕਿ ਬਾਬੂਆਂ ਦੇ ਵਿੱਚ ਜਾਂ ਬਿਊਰੋਕ੍ਰੇਸੀ ਦੇ ਵਿੱਚ ਸਭ ਤੋਂ ਵੱਡਾ ਅਹੁਦਾ ਮੰਨਿਆ ਜਾਂਦਾ। ਪਿਛਲੇ ਦਿਨਾਂ ਦੇ ਵਿੱਚ ਇੱਕ ਅਫਸਰ ਨੇ, ਅੰਡਰ ਸੈਕਟਰੀ ਲੈਵਲ ਦੇ ਅਫਸਰ ਨੇ, ਇੱਕ ਛੋਟੇ ਅਫਸਰ ਨੇ, ਉਹ ਇੰਨਾ ਉਹਨੂੰ ਖੁਸ਼ੀ ਚੜ੍ਹ ਗਈ ਕਿ ਉਹ ਗੁਲਦਸਤਾ ਦੇਣ ਚਲਾ ਗਿਆ। ਗੁਲਦਸਤਾ ਤਾਂ ਉਹਨੇ ਦੇਤਾ, ਪਰ ਗਲਤੀ ਉਸ ਤੋਂ ਇਹ ਹੋ ਗਈ ਕਿ ਉਹਨੇ ਗੁਲਦਸਤਾ ਦਿੰਦੇ ਹੋਏ ਹੱਥ ਰੱਖਤਾ, ਮੋਢੇ ਤੇ ਹੱਥ ਰੱਖਤਾ ਅਨੁਰਾਗ ਵਰਮਾ ਦੇ। ਅਨੁਰਾਗ ਵਰਮਾ ਨੂੰ ਇਹ ਗੱਲ ਪਸੰਦ ਨਹੀਂ ਆਈ ਤੇ ਅੱਧੇ ਘੰਟੇ ਦੇ ਅੰਦਰ ਅੰਦਰ ਹੀ ਇਸ ਅਧਿਕਾਰੀ ਦੀ ਬਦਲੀ ਕਰਤੀ। ਇਸੇ ਕਰਕੇ ਮੈਂ ਤੁਹਾਨੂੰ ਕਹਿੰਦਾ ਬਾਬੂ ਵੱਡੇ ਹੋ ਜਾਂਦੇ ਨੇ ਪਰ ਇਹਨਾਂ ਦੀਆਂ ਜਿਹੜੀਆਂ ਈਗੋਜ਼ ਆ ਉਹ ਬਹੁਤ ਛੋਟੀਆਂ ਹੁੰਦੀਆਂ ਨੇ। ਇਸ ਬਾਰੇ ਵੀ ਮੈਂ ਤੁਹਾਨੂੰ ਤਮਾਮ ਜਾਣਕਾਰੀ ਦਊਂਗਾ। ਤੇ ਨਾਲ ਹੀ ਅਸੀਂ ਅੱਜ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਜਿਹੜੀਆਂ ਪ੍ਰੋਵਿੰਸ ਦੀਆਂ, ਸਟੇਟ ਦੀਆਂ ਜਾਂ ਸੂਬਿਆਂ ਦੀਆਂ ਜਿਹੜੀ ਖੁਦਮੁਖਤਿਆਰੀ ਹੁੰਦੀ ਆ ਜਾਂ ਆਤਮ ਨਿਰਭਰਤਾ ਹੁੰਦੀ ਆ, ਜਿਵੇਂ ਸਟੇਟ ਅਟੋਨਮੀ ਹੁੰਦੀ ਆ ਜਾਂ ਫਾਈਨੈਂਸ਼ੀਅਲ ਅਟੋਨਮੀ ਹੁੰਦੀ ਆ, ਕੇਂਦਰ ਸਰਕਾਰ ਸੂਬਿਆਂ ਦੀ ਇਸ ਫਾਈਨੈਂਸ਼ੀਅਲ ਅਟੋਨਮੀ ਨੂੰ ਕਿਸ ਤਰ੍ਹਾਂ ਹੌਲੀ ਹੌਲੀ ਖਤਮ ਕਰ ਰਿਹਾ। GST ਕਾਊਂਸਲ ਦੀ ਮੀਟਿੰਗ ਹੁੰਦੀ ਆ ਪਿਛਲੇ ਦਿਨਾਂ ਦੇ ਵਿੱਚ, ਉਹਦੇ ਵਿੱਚ ਇੱਕ ਸੋਧ ਕੀਤੀ ਗਈ ਆ ਕਿ ਜਿਹੜੇ ਬਿਜ਼ਨਸਮੈਨ ਨੇ, ਜਿਹੜੇ ਆਪਣਾ GST ਭਰਦੇ ਨੇ, ਸਾਰਿਆਂ ਦਾ ਸਾਰਾ ਜਿਹੜਾ ਰੈਕਡ ਆ, ਪੂਰਾ ਡਾਟਾ ਉਹਨਾਂ ਦਾ, ਉਹ GSTN ਦੇ ਅਧੀਨ ਉਹ ਸਾਰਾ ਦਾ ਸਾਰਾ ED ਯਾਨੀ ਕਿ ਐਨਫੋਰਸਮੈਂਟ ਡਾਇਰੈਕਟਰੇਟ ਨੂੰ ਜਾਊਗਾ। ED ਕੋਲੇ ਉਹਦਾ ਸਾਰਾ ਡਾਟਾ ਹੋਏਗਾ। ਤੇ ਤੁਸੀਂ ਆਪ ਦੇਖੋ, ਜਿਹੜੇ ਵੀ ਸੂਬਿਆਂ ਦੇ ਵੱਡੇ ਬਿਜ਼ਨਸਮੈਨ ਹੋਣਗੇ, ਜਿਹੜੇ ਜ਼ਿਆਦਾ ਟੈਕਸ ਭਰਦੇ ਹੋਣਗੇ, ਉਹ ਤਾਂ ਲਗਾਤਾਰ ਹੀ ਖਤਰੇ 'ਚ ਰਹਿਣਗੇ। ਉਹਨਾਂ ਦੀ ਤਾਂ ਜਦੋਂ ਮਰਜ਼ੀ ਬਾਂਹ ਬਣਾਉ ਸਕਦਾ ED। ਇਸ ਉੱਤੇ ਗੱਲ ਕਰਾਂਗੇ ਤੇ ED ਦੀ ਹੀ ਗੱਲ ਕਰਾਂਗੇ ਕਿ ਕਿਸ ਤਰ੍ਹਾਂ ED ਦੇ ਡਾਇਰੈਕਟਰ ਸੰਜੇ ਕੁਮਾਰ ਮਿਸ਼ਰਾ ਦੀ ਨਿਯੁਕਤੀ ਨੂੰ ਸੁਪਰੀਮ ਕੋਰਟ ਨੇ ਅਵੈਧ ਮੰਨਿਆ, ਗੈਰ ਕਾਨੂੰਨੀ ਮੰਨਿਆ ਔਰ ਭਾਰਤ ਸਰਕਾਰ ਨੂੰ ਕਿਹਾ ਕਿ ਇਸ ਨੂੰ 31 ਜੁਲਾਈ ਤੋਂ ਪਹਿਲਾਂ ਬਦਲ ਦਿਓ। ਕੀ ਭਾਰਤ ਸਰਕਾਰ ਸੰਜੇ ਕੁਮਾਰ ਮਿਸ਼ਰਾ ਦੀ ਨਿਯੁਕਤੀ ਨੂੰ ਬਾਰ-ਬਾਰ ਜਾਂ ਜਿਹੜੀਆਂ ਐਕਸਟੈਂਸ਼ਨ ਦੇ ਰਹੀ ਸੀ ਸੰਜੇ ਕੁਮਾਰ ਮਿਸ਼ਰਾ ਨੂੰ, ਉਹ ਸਾਰਾ ਕੁਝ ਗੈਰ ਕਾਨੂੰਨੀ ਸੀ? ਅੱਜ ਸਵੇਰੇ ਜਦੋਂ ਮੈਂ ਕੁਝ ਅਖਬਾਰਾਂ ਦੇਖ ਰਿਹਾ ਸੀ ਤਾਂ ਕੁਝ ਤਸਵੀਰਾਂ ਮੇਰੀ ਨਜ਼ਰ ਦੇ ਸਾਹਮਣੇ ਆਈਆਂ, ਜਿਸ ਵਿੱਚ ਪਟਿਆਲਾ ਦੇ MP ਪ੍ਰਨੀਤ ਕੌਰ ਤੇ ਉਹਨਾਂ ਦੀ ਲੜਕੀ ਜੈ ਇੰਦਰ ਕੌਰ, ਜਿਹੜੀ ਅੱਜ ਕੱਲ੍ਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਆ, ਉਹ ਇੱਕ ਤਸਵੀਰ ਦੇ ਵਿੱਚ ਵੱਡੀ ਨਦੀ ਸਨੌਰ ਜਾਂਦੇ ਨੇ। ਸਨੌਰ ਦੇ ਵਿੱਚ ਵੱਡੀ ਨਦੀ ਹੈ ਤੇ ਵੱਡੀ ਨਦੀ ਦੇ ਵਿੱਚ ਉੱਥੇ ਕੈਪਸ਼ਨ ਲਿਖਿਆ ਹੋਇਆ ਸੀ, ਥੱਲੇ ਲਿਖਿਆ ਹੋਇਆ ਸੀ ਕਿ ਇਹ ਨੱਥ ਚੂੜਾ ਚੜਾ ਰਹੇ ਨੇ। ਬੜੀ ਦਿਲਚਸਪੀ ਪੈਦਾ ਹੋਈ ਕਿ ਇਹ ਨੱਥ ਚੂੜਾ ਕੀ ਆ। ਤੇ ਫਿਰ ਉਹਨਾਂ ਖਬਰਾਂ ਦੇ ਵਿੱਚ ਹੀ ਲਿਖਿਆ ਹੋਇਆ ਸੀ ਕਿ ਜਿਹੜੀ ਨੱਥ ਹੁੰਦੀ ਆ ਉਹ ਸੋਨੇ ਦੀ ਹੁੰਦੀ ਹੈ ਤੇ ਚੂੜਾ ਆਮ ਹੁੰਦਾ। ਤੇ ਇਹ ਪਟਿਆਲੇ ਦਾ ਪਰਿਵਾਰ, ਸਿਆਸੀ ਪਰਿਵਾਰ, ਜਿਨ੍ਹਾਂ ਨੂੰ ਅੱਜ ਵੀ ਬਹੁਤ ਸਾਰੇ ਲੋਕ ਸ਼ਾਹੀ ਪਰਿਵਾਰ ਬਣਦੇ ਨੇ। ਲੋਕਤੰਤਰ ਆ ਗਿਆ ਸਾਡੇ, ਜਮਹੂਰੀਅਤ ਆ ਗਈ ਸਾਡੇ, ਪਰ ਲੋਕਾਂ ਨੇ ਇਹਨਾਂ ਨੂੰ ਸ਼ਾਹੀ ਪਰਿਵਾਰ ਮੰਨਣਾ ਨਹੀਂ ਬੰਦ ਕੀਤਾ। ਖੈਰ,
ਇਹ ਪਰਿਵਾਰ ਉੱਥੇ ਕਹਿੰਦੇ ਨੱਥ ਚੂੜਾ ਚੜਾਉਂਦਾ ਤੇ ਫਿਰ ਉਸ ਤੋਂ ਬਾਅਦ ਪਾਣੀ ਵਾਪਸ ਚਲਾ ਜਾਂਦਾ, ਯਾਨੀ ਕਿ ਹੜ੍ਹਾਂ ਦੀ ਜਿਹੜੀ ਮਾਰ ਆ ਉਹ ਖਤਮ ਹੋ ਜਾਂਦੀ ਆ। ਔਰ ਕਿ ਬਾਅਦ ਚ ਪਤਾ ਲੱਗਾ ਕਿ ਇਹ ਕੋਈ ਅੱਜ ਦੀ ਪ੍ਰਥਾ ਨਹੀਂ ਆ, ਕਈ ਦਹਾਕਿਆਂ ਤੋਂ ਇਹ ਪ੍ਰਥਾ ਚੱਲਦੀ ਆ ਰਹੀ ਆ। ਔਰ ਇਸ ਪ੍ਰਥਾ ਨੂੰ ਕੈਪਟਨ ਅਮਰਿੰਦਰ ਸਿੰਘ ਹੋਵੇ ਜਾਂ ਉਹਨਾਂ ਦਾ ਪਰਿਵਾਰ ਹੋਵੇ, ਉਹ ਲਗਾਤਾਰ ਅੱਗੇ ਵਧਾ ਰਿਹਾ। ਬਲਕਿ ਕੱਲ ਇਹ ਵੀ ਕਹੀ ਗਈ ਕਿ ਜੇ ਪ੍ਰਨੀਤ ਕੌਰ ਜਾਂ ਉਹਨਾਂ ਦੀ ਬੇਟੀ ਹੈ ਜਿਹੜੀ ਉਹਨਾਂ ਦੀ ਕੁੜੀ ਜੈਇੰਦਰ ਕੌਰ ਉੱਥੇ ਪਹੁੰਚ ਸਕੀਆਂ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਕਿਉਂ ਨਹੀਂ ਆਏ? ਇਸ ਤਰ੍ਹਾਂ ਦੇ ਵੀ ਕਈ ਸਵਾਲ ਹੋਏ। ਔਰ ਇਹ ਸਵਾਲ ਖੜਾ ਕੀਤਾ ਉੱਥੋਂ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ, ਜਿਨ੍ਹਾਂ ਦਾ ਨਾਮ ਹੈ ਅਜੀਤਪਾਲ ਸਿੰਘ ਕੋਹਲੀ। ਉਹ ਕਹਿੰਦੇ ਜੇ ਕੈਪਟਨ ਅਮਰਿੰਦਰ ਸਿੰਘ ਨੂੰ ਪਟਿਆਲਾ ਦੇ ਲੋਕਾਂ ਦਾ ਉਹਨਾਂ ਦਾ ਖਿਆਲ ਸੀ, ਜਿਹੜੇ ਉਹਨਾਂ ਦੇ ਕਿਸੇ ਟਾਈਮ ਉਹਨਾਂ ਦੇ ਵੋਟਰ ਰਹੇ ਨੇ, ਉਹਨਾਂ ਨੂੰ ਜਿਤਾਉਂਦੇ ਰਹੇ ਨੇ, ਜੇ ਉਹਨਾਂ ਦਾ ਇੰਨਾ ਹੀ ਖਿਆਲ ਸੀ ਤੇ ਕੈਪਟਨ ਅਮਰਿੰਦਰ ਸਿੰਘ ਕਿੱਥੇ ਗਾਇਬ ਸੀ? ਉਹ ਆਏ ਕਿਉਂ ਨਹੀਂ? ਘੱਟੋ ਘੱਟ ਇਹਨਾਂ ਦੀ ਬਾਤ ਪੁੱਛਦੇ, ਇਹਨਾਂ ਦਾ ਹਾਲ ਪੁੱਛਦੇ ਕਿ ਕਿਸ ਹਾਲ ਦੇ ਵਿੱਚ ਉਹ ਨੇ। ਇੱਥੋਂ ਪਤਾ ਲੱਗਦਾ ਇਹ ਅਜੀਤਪਾਲ ਸਿੰਘ ਕੋਹਲੀ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਪ੍ਰਜਾ ਦਾ ਜਾਂ ਆਪਣੀ ਵੋਟਰਸ ਦਾ ਜਾਂ ਆਪਣੇ ਲੋਕਾਂ ਦਾ ਖਿਆਲ ਨਹੀਂ ਹੈ। ਨਾਲ ਹੀ ਉਹ ਕਹਿੰਦੇ ਕਿ ਜੇ ਨੱਥ ਚੂੜਾ ਚੜਾ ਦਿੰਦੇ, ਜਿਹੜੀ ਕਿ ਇੱਕ ਰਵਾਇਤ ਬਣੀ ਹੋਈ ਆ, ਤੇ ਸ਼ਾਇਦ ਕਹਿੰਦੇ ਲੋਕਾਂ ਨੂੰ ਕੋਈ ਰਾਹਤ ਮਿਲ ਜਾਣੀ ਸੀ। ਖੈਰ ਅਜੀਤਪਾਲ ਸਿੰਘ ਦਾ ਜਾਂ ਅਜੀਤਪਾਲ ਸਿੰਘ ਕੋਹਲੀ ਦਾ ਆਪਣਾ ਸਾਇੰਟੀਫਿਕ ਟੈਂਪਰਾਮੈਂਟ ਕਿੰਨਾ, ਇਹ ਤਾਂ ਇਸ ਬਾਰੇ ਤਾਂ ਕੋਈ ਜਾਣਕਾਰੀ ਹੈ ਨਹੀਂ। ਪਰ ਇੱਕ ਚੀਜ਼ ਤੁਹਾਨੂੰ ਮੈਂ ਜ਼ਰੂਰ ਦੱਸ ਦਿੰਦਾ, ਡਾਕਟਰ ਧਰਮਵੀਰ ਗਾਂਧੀ ਉਹ ਉੱਥੋਂ ਦੇ ਮੈਂਬਰ ਪਾਰਲੀਮੈਂਟ ਰਹੇ ਨੇ, ਆਮ ਆਦਮੀ ਪਾਰਟੀ ਦੇ ਐਮਪੀ ਰਹੇ ਨੇ ਪਟਿਆਲਾ ਤੋਂ। ਉਹਨਾਂ ਨੇ ਇਸ ਗੱਲ ਦੀ ਬੜੀ ਨਿਖੇਧੀ ਕੀਤੀ, ਬੜੀ ਆਲੋਚਨਾ ਕੀਤੀ। ਕਹਿੰਦੇ ਕੈਪਟਨ ਅਮਰਿੰਦਰ ਸਿੰਘ ਤੇ ਉਸ ਦਾ ਪਰਿਵਾਰ ਲਗਾਤਾਰ ਲੋਕਾਂ ਨੂੰ ਬੇਵਕੂਫ ਬਣਾ ਰਿਹਾ, ਲਗਾਤਾਰ ਲੋਕਾਂ ਨਾਲ ਧੋਖਾ ਕਰ ਰਿਹਾ। ਇਹ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੈ ਜਾਂ ਇਹਨਾਂ ਦਾ ਪਰਿਵਾਰ ਆ, ਤੁਸੀਂ ਦੇਖੋ ਕਿੰਨਾ ਸਕੂਲਾਂ ਦੇ ਵਿੱਚ ਪੜ੍ਹਿਆ। ਕਹਿੰਦੇ ਕਿ ਮੈਂ ਦੂਨ ਸਕੂਲ ਦੇ ਵਿੱਚ ਪੜ੍ਹਿਆ। ਔਰ ਜਿਸ ਹਿਸਾਬ ਦੇ ਨਾਲ ਕਿਤਾਬਾਂ ਲਿਖਦੇ ਨੇ, ਜਾਂ ਪ੍ਰਨੀਤ ਕੌਰ ਕਹਿ ਲਓ ਜਾਂ ਇਹਨਾਂ ਦੇ ਬੱਚੇ ਕਹਿ ਲਓ, ਸਾਰੇ ਪੜ੍ਹੇ ਲਿਖੇ ਆ। ਫਿਰ ਇਹ ਅੰਧ ਵਿਸ਼ਵਾਸ ਦੇ ਵਿੱਚ ਕਿਸ ਤਰ੍ਹਾਂ ਯਕੀਨ ਕਰਦੇ ਆ? ਕਿਉਂ ਜਾ ਕੇ ਨੱਥ ਚੂੜਾ ਚੜਾਉਂਦੇ ਆ, ਜਦ ਕਿ ਇਸ ਦਾ ਕੋਈ ਆਧਾਰ ਨਹੀਂ ਆ ਕਿ ਕੋਈ ਨੱਥ ਚੂੜਾ ਚੜਾਊਗਾ ਤੇ ਉਸ ਦੇ ਨਾਲ ਹੜ੍ਹਾਂ ਦੀ ਜਿਹੜੀ ਮਾਰ ਆ ਉਹ ਖਤਮ ਹੋ ਜੂਗੀ। ਲੇਕਿਨ ਇਸ ਪਰਿਵਾਰ ਨੇ ਲਗਾਤਾਰ ਆਪਣੀਆਂ ਵੋਟਾਂ ਦੀ ਖਾਤਰ ਇਹ ਜਿਹੜੀ ਪ੍ਰਥਾ ਉਹ ਪਟਿਆਲੇ ਦੇ ਵਿੱਚ ਲਗਾਤਾਰ ਜਾਰੀ ਰੱਖੀ। ਕਾਂਗਰਸੀ ਤਾਂ ਤੁਹਾਨੂੰ ਪਤਾ ਹੀ ਆ, ਕਾਂਗਰਸੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੁੰਦੇ ਸੀ, ਇਹ ਤਾਂ ਬੜੇ ਚਾਪਲੂਸ ਹੁੰਦੇ ਸੀ। ਮੈਂ ਜਦੋਂ ਕਦੇ ਵੀ ਮਿਲਣ ਜਾਣਾ ਇਹਨਾਂ ਨੂੰ ਹਮੇਸ਼ਾ ਦੇਖਿਆ, ਮੈਂ ਕਿਹਾ ਜੀ ਕਿੱਥੇ ਆ ਕੈਪਟਨ ਅਮਰਿੰਦਰ ਸਿੰਘ? ਮਹਾਰਾਜਾ ਸਾਹਿਬ ਉੱਤੇ ਨੇ, ਮਹਾਰਾਜਾ ਸਾਹਿਬ ਥੱਲੇ ਨੇ, ਮਹਾਰਾਜਾ ਸਾਹਿਬ ਸੌਂ ਰਹੇ ਨੇ। ਮਹਾਰਾਜਾ ਤੇ ਮਹਾਰਾਣੀ ਤੋਂ ਇਲਾਵਾ ਇਹ ਗੱਲ ਨਹੀਂ ਕਰਦੇ। ਇੰਨੀ ਕੁ ਮਾਨਸਿਕਤਾ ਇਹਨਾਂ ਚਾਪਲੂਸਾਂ ਦੀ, ਇਹਨਾਂ ਕਾਂਗਰਸੀਆਂ ਦੀ, ਕਿ ਅੱਜ ਵੀ ਜਿਹੜੇ ਕਾਂਗਰਸ ਦੇ ਵਿੱਚ ਨੇ ਤੇ ਜਿਹੜੇ ਉਹ ਭਾਜਪਾ 'ਚ ਵੀ ਚਲੇ ਗਏ ਨੇ, ਕੈਪਟਨ ਅਮਰਿੰਦਰ ਸਿੰਘ ਉਸ ਨੂੰ ਅੱਜ ਵੀ ਮਹਾਰਾਜਾ ਕਹਿ ਕੇ ਬੁਲਾਉਂਦੇ ਨੇ। ਇਹਨਾਂ ਨੂੰ ਪਤਾ ਹੀ ਨਹੀਂ ਕਿ ਭਾਰਤ ਦੇ ਵਿੱਚ ਲੋਕਤੰਤਰ ਆ ਗਿਆ, ਜਮਹੂਰੀਅਤ ਆ ਗਈ ਆ, ਡੈਮੋਕ੍ਰੇਸੀ ਆ ਗਈ ਆ, ਤੇ ਇੱਥੇ ਸ਼ਾਹੀ ਪਰਿਵਾਰ ਜਾਂ ਜਿਹੜੀਆਂ ਰਾਇਲ ਫੈਮਲੀਜ਼ ਆ ਉਹਨਾਂ ਦੀ ਕੋਈ ਕਿਸੇ ਤਰ੍ਹਾਂ ਦਾ ਸਥਾਨ ਨਹੀਂ ਹੈ। ਕਿਉਂਕਿ ਇਹ ਲੋਕ ਵੀ ਵੋਟਾਂ ਲੈ ਕੇ ਆਉਂਦੇ ਨੇ ਤੇ ਜਦੋਂ ਇਹਨਾਂ ਨੂੰ ਵੋਟਾਂ ਨਹੀਂ ਮਿਲਦੀਆਂ ਤੇ ਫਿਰ ਇਹ ਹਾਰ ਕੇ ਘਰੇ ਬਹਿ ਜਾਂਦੇ ਨੇ। ਇਸੇ ਕਰਕੇ ਹੁਣ ਤੁਸੀਂ ਦੇਖੋ ਇਹਨਾਂ ਦੀ ਆਲੋਚਨਾ ਹੋ ਰਹੀ ਆ। ਔਰ ਇਕੱਲੇ ਡਾਕਟਰ ਧਰਮਵੀਰ ਗਾਂਧੀ ਨਹੀਂ, ਪ੍ਰੇਮ ਸਿੰਘ ਚੰਦੂਮਾਜਰਾ ਸ਼੍ਰੋਮਣੀ ਅਕਾਲੀ ਦਲ ਤੋਂ ਆਉਂਦੇ ਨੇ, ਉਹਨਾਂ ਦੇ ਸੀਨੀਅਰ ਆਗੂ ਨੇ, ਉਹ ਵੀ ਕਿਸੇ ਟਾਈਮ ਪਟਿਆਲਾ ਤੋਂ ਐਮਪੀ ਰਹੇ ਨੇ, ਮੈਂਬਰ ਪਾਰਲੀਮੈਂਟ ਰਹੇ ਨੇ। ਉਹਨਾਂ ਨੇ ਵੀ ਇਸ ਗੱਲ ਦੀ ਪੁਰਜ਼ੋਰ ਨਿਖੇਧੀ ਕੀਤੀ ਆ। ਕਹਿੰਦੇ ਜਿਹੜਾ ਇਸ ਤਰ੍ਹਾਂ ਦੀ ਇਹ ਚੀਜ਼ ਚੱਲਣ ਚੱਲਿਆ ਹੋਇਆ ਇਹ ਬੇਤੁਕਾ, ਕਿਸੇ ਗੱਲ ਦਾ ਇਹ ਆਧਾਰ ਨਹੀਂ ਲੋਕਾਂ ਨੂੰ, ਬਲਕਿ ਇਹਨਾਂ ਨੂੰ ਸਿਖਾਉਣਾ ਚਾਹੀਦਾ ਸੀ। ਲੀਡਰਸ ਕੌਣ ਹੁੰਦੇ ਨੇ? ਲੀਡਰਸ ਲੋਕਾਂ ਨੂੰ ਲੀਡ ਕਰਦੇ ਆ, ਉਹਨਾਂ ਨੂੰ ਦੱਸਦੇ ਆ ਕਿਹੜੀ ਚੀਜ਼ ਗਲਤ ਆ, ਕਿਹੜੀ ਚੀਜ਼ ਠੀਕ ਆ, ਨਾ ਕਿ ਆਪ ਉਸ ਬਹਾ ਦੇ ਵਿੱਚ ਬਹਿ ਜਾਂਦੇ ਨੇ ਔਰ ਲੋਕਾਂ ਨੂੰ ਵੀ ਮਿਸਲੀਡ ਕਰਨ ਲੱਗ ਜਾਂਦੇ ਨੇ। ਸੋ ਕੈਪਟਨ ਅਮਰਿੰਦਰ ਸਿੰਘ ਜਾਂ ਇਹਨਾਂ ਦੇ ਪੁਰਖੇ ਹੋਣ ਜਾਂ ਇਸ ਤੋਂ ਪਹਿਲਾਂ ਇਹਨਾਂ ਦੇ ਪੂਰਵਜ ਹੋਣ, ਜੇ ਅੱਜ ਤੱਕ ਨੱਥ ਚੂੜਾ ਚੜਾਉਂਦੇ ਰਹੇ ਨੇ ਤੇ ਕੇਵਲ ਲੋਕਾਂ ਨੂੰ ਮਿਸਲੀਡ ਕਰਦੇ ਨੇ, ਕਿਉਂਕਿ ਦੁਨੀਆ ਭਰ ਦੇ ਵਿੱਚ ਕਿਤੇ ਕੋਈ ਇਸ ਤਰ੍ਹਾਂ ਦੀ ਐਗਜ਼ਾਮਪਲ ਨਹੀਂ ਹੈ, ਕੋਈ ਉਦਾਹਰਨ ਨਹੀਂ ਆ ਜਿੱਥੇ ਨੱਥ ਚੂੜਾ ਚੜਾਉਣ ਦੇ ਨਾਲ ਕੋਈ ਹੜ੍ਹ ਖਤਮ ਹੋ ਜਾਣ ਜਾਂ ਪਾਣੀ ਥੱਲੇ ਚਲਾ ਜਾਵੇ। ਇੱਕ ਗੱਲ ਤਾਂ ਵੈਸੇ ਮੈਂ ਇਹ ਵੀ ਪੜ੍ਹ ਰਿਹਾ ਸੀ ਅੱਜ, ਕਹਿੰਦੇ ਜੀ ਜਾਣਬੁੱਝ ਕੇ ਇਸ ਤਰ੍ਹਾਂ ਕੀਤਾ ਜਾਂਦਾ ਸੀ। ਇਹਨਾਂ ਦੇ ਕੁਝ ਸੂਹੀਏ ਹੁੰਦੇ ਸੀ ਇਸ ਪਰਿਵਾਰ ਦੇ, ਉਹ ਆ ਕੇ ਪਹਿਲਾਂ ਹੀ ਦੱਸ ਦਿੰਦੇ ਹੁੰਦੇ ਸੀ ਕਿ ਜਦੋਂ ਪਾਣੀ ਚੜ੍ਹਨਾ ਬੰਦ ਹੋ ਗਿਆ ਜਾਂ ਪਾਣੀ ਪਿੱਛੇ ਮੁੜਨਾ ਸ਼ੁਰੂ ਹੋ ਗਿਆ ਜਾਂ ਬਾਰਿਸ਼ ਬੰਦ ਹੋ ਗਈ, ਮੀਂਹ ਪੈਣੇ ਘੱਟ ਹੋ ਗਿਆ, ਹੁਣ ਤੁਸੀਂ ਜਾ ਕੇ ਚੜ੍ਹਾ ਦਿਓ, ਤਾਂ ਕਿ ਲੋਕਾਂ ਨੂੰ ਲੱਗੇ ਕਿ ਇਸ ਨੱਥ ਚੂੜੇ ਦੇ ਨਾਲ ਹੀ ਪਾਣੀ ਪਿੱਛੇ ਚਲਾ ਗਿਆ। ਵਾਕਿਆ ਬਹੁਤ ਹੈਰਾਨੀ ਹੁੰਦੀ ਹੈ ਕਿ ਅਸੀਂ 21ਵੀਂ ਸਦੀ ਦੇ ਵਿੱਚ ਅੱਜ ਵੀ ਇਸ ਤਰ੍ਹਾਂ ਦੇ ਅੰਧ ਵਿਸ਼ਵਾਸ ਪਾਲ ਰਹੇ ਹਾਂ।
ਲੋਕ ਸਾਨੂੰ ਅਕਸਰ ਕਹਿੰਦੇ ਨੇ ਕਿ ਤੁਹਾਡੀਆਂ ਖਬਰਾਂ ਬਹੁਤ ਸੰਜੀਦਾ ਹੁੰਦੀਆਂ ਨੇ, ਕਦੇ ਥੋੜਾ ਹਾਸਾ ਠੱਠਾ ਵੀ ਕਰ ਲਿਆ ਕਰੋ, ਥੋੜਾ ਮਜ਼ਾਕ ਕਰ ਲਿਆ ਕਰੋ। ਅਕਸਰ ਹੁੰਦਾ ਨਹੀਂ, ਕਿਉਂਕਿ ਖਬਰਾਂ ਦੀ ਜਿਹੜੀ ਸੰਜੀਦਗੀ ਆ ਉਹ ਇਸੇ ਤਰ੍ਹਾਂ ਬਣੀ ਰਹੇ ਤਾਂ ਸ਼ਾਇਦ ਉਹਨਾਂ ਦੀ ਜਿਹੜੀ ਮਹੱਤਤਾ, ਉਹਨਾਂ ਦੀ ਸਿਗਨੀਫੀਕੈਂਸ ਬਣੀ ਰਹਿੰਦੀ ਆ। ਪਰ ਸ਼ਾਇਦ ਤੁਹਾਨੂੰ ਇਹ ਖਬਰ ਜਿਹੜੀ ਮੈਂ ਦੱਸਣ ਜਾ ਰਿਹਾ ਥੋੜੀ ਜਿਹੀ ਹਾਸੇ ਵਾਲੀ ਵੀ ਲੱਗੇ, ਹਾਸੋਹੀਣ ਸਥਿਤੀ ਵੀ ਲੱਗੇ, ਤੇ ਤੁਹਾਨੂੰ ਲੱਗੇ ਕਿ ਸ਼ਾਇਦ ਇਹ ਥੋੜੀ ਜਿਹੀ ਬਾਕੀਆਂ ਖਬਰਾਂ ਨਾਲੋਂ ਤੁਹਾਨੂੰ ਥੋੜੀ ਜਿਹੀ ਹੋਰ ਮਨੋਰੰਜਕ ਵੀ ਲੱਗੇ। ਹੁਣ ਤੁਸੀਂ ਦੇਖੋ, ਅਨੁਰਾਗ ਵਰਮਾ ਜੀ ਦੀ ਮੈਂ ਪਹਿਲਾਂ ਵੀ ਗੱਲ ਕਰ ਰਿਹਾ ਸੀ। ਅਨੁਰਾਗ ਵਰਮਾ ਨੂੰ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੇ ਮੁੱਖ ਸਕੱਤਰ ਲਾਤਾ, ਚੀਫ ਸੈਕਟਰੀ ਲਾਤਾ, ਅਤੇ ਇੱਕ ਅੰਡਰ ਸੈਕਟਰੀ ਲੈਵਲ ਦਾ ਅਧਿਕਾਰੀ ਜਿਹੜਾ ਕਿ ਆਮ ਰਾਜ ਪ੍ਰਬੰਧ ਪ੍ਰੋਟੋਕਾਲ, ਜਿਹਨੂੰ ਅਸੀਂ ਜਨਰਲ ਐਡਮਿਨਿਸਟ੍ਰੇਸ਼ਨ ਕਹਿ ਦਿੰਦੇ ਆ, ਉਹਦਾ ਪ੍ਰੋਟੋਕਾਲ ਵਿਭਾਗ ਹੁੰਦਾ। ਪ੍ਰੋਟੋਕਾਲ ਤੁਸੀਂ ਸਾਰੇ ਸਮਝਦੇ ਹੋ ਕਿ ਸਰਕਾਰ ਨੇ ਕਿਸ ਵੇਲੇ ਕਿਸ ਤਰ੍ਹਾਂ ਦਾ ਵਿਹਾਰ ਕਰਨਾ, ਕੀ ਉਹਨਾਂ ਦੀਆਂ ਸੈਰੇਮਨੀਜ਼ ਹੋਣੀਆਂ ਚਾਹੀਦੀਆਂ ਨੇ, ਉਸ ਵਕਤ ਕਿਸ ਚੀਜ਼ਾਂ ਦਾ ਖਿਆਲ ਰੱਖਣਾ, ਇਹ ਸਾਰਾ ਕੁਝ ਪ੍ਰੋਟੋਕਾਲ ਦਾ ਮਹਿਕਮਾ ਦੱਸਦਾ। ਜਿਵੇਂ ਅਕਸਰ ਕਹਿ ਦਿੰਦੇ ਕਿ ਇਹ ਤਾਂ ਪ੍ਰੋਟੋਕਾਲ ਹੈ, ਇਹ ਤਾਂ ਕਰਨਾ ਹੀ ਪੈਣਾ। ਇਹ ਵਿਅਕਤੀ ਸੀ, ਇਹਦਾ ਨਾਂ ਸੀ ਹਰਨੇਕ ਸਿੰਘ। ਇਹਨੂੰ ਬੜਾ ਚਾਅ ਚੜ੍ਹ ਗਿਆ ਕਿ ਅਨੁਰਾਗ ਵਰਮਾ ਚੀਫ ਸੈਕਟਰੀ ਬਣ ਗਏ ਨੇ ਤੇ ਮੈਂ ਭੱਜ ਕੇ ਵਧਾਈ ਦੇ ਆਵਾਂ। ਤੁਸੀਂ ਇਹ ਸਾਰਾ ਕੁਝ ਵੀਡੀਓ 'ਚ ਵੀ ਦੇਖ ਸਕਦੇ ਹੋ। ਇਹ ਜਾਂਦਾ ਤੇ ਜਦੋਂ ਉਸ ਕਮਰੇ ਦੇ ਵਿੱਚ ਪਹੁੰਚਦਾ ਜਿੱਥੇ ਮੁੱਖ ਸਕੱਤਰ ਜਿਹੜੇ ਤਾਜ਼ਾ ਬਣੇ ਹੁੰਦੇ ਨੇ, ਇਹ ਮੈਂ 10 ਜੁਲਾਈ ਦੀ ਤੁਹਾਨੂੰ ਗੱਲ ਦੱਸ ਰਿਹਾ। 10 ਜੁਲਾਈ ਨੂੰ ਇਹ ਮੇਨ ਸਿਵਲ ਸੈਕਟਰੀਏਟ ਦੇ ਵਿੱਚ ਪਹੁੰਚ ਜਾਂਦਾ। ਉੱਥੇ ਵੀ ਪਹੁੰਚ ਜਾਂਦਾ ਜਿੱਥੇ ਅਨੁਰਾਗ ਵਰਮਾ ਆਪਣੇ ਦਫ਼ਤਰ 'ਚ ਬੈਠੇ ਹੁੰਦੇ ਆ, ਆਪਣੀ ਕੁਰਸੀ ਤੇ ਬੈਠੇ ਹੁੰਦੇ ਆ, ਤੇ ਫਟਾਫਟ ਉੱਥੇ ਕੁਝ ਬੁੱਕੇ ਪਏ ਹੁੰਦੇ ਆ, ਕੁਝ ਗੁਲਦਸਤੇ ਪਏ ਹੁੰਦੇ ਆ। ਉਹਨਾਂ 'ਚੋਂ ਇੱਕ ਰੋਜ਼ਿਸ ਦਾ, ਇੱਕ ਗੁਲਾਬ ਦੇ ਫੁੱਲਾਂ ਦਾ ਗੁਲਦਸਤਾ ਚੱਕ ਕੇ ਇਹ ਵੀ ਭੱਜ ਕੇ ਅੱਗੇ ਜਾਂਦਾ ਤੇ ਵਧਾਈ ਦਿੰਦਾ ਉਹਨਾਂ ਨੂੰ, ਤੇ ਨਾਲ ਦੀ ਨਾਲ ਉਹਨਾਂ ਨਾਲ ਫੋਟੋ ਖਿਚਾਉਣ ਦੀ ਆਪਣੀ ਇੱਛਾ ਜ਼ਾਹਿਰ ਕਰਦਾ। ਉਹ ਵੀ ਮੰਨ ਜਾਂਦੇ ਨੇ। ਗੁਲਦਸਤਾ ਦੇ ਰਿਹਾ ਹੁੰਦਾ, ਫਿਰ ਮੈਂ ਤੁਹਾਨੂੰ ਦੱਸਦਾ, ਤੁਸੀਂ ਵੀਡੀਓ 'ਚ ਦੇਖ ਸਕਦੇ ਹੋ। ਗੁਲਦਸਤਾ ਦੇ ਰਿਹਾ ਹੁੰਦਾ ਤੇ ਜਿਸ ਵਕਤ ਉਹ ਗੁਲਦਸਤਾ ਦਿੰਦਾ, ਉਹਨਾਂ ਨੂੰ ਇੱਕ ਤਰ੍ਹਾਂ ਦਾ ਵੈਲਕਮ ਕਰਦਾ ਜਾਂ ਕੰਗ੍ਰੈਚੁਲੇਟ ਕਰਦਾ, ਉਸੇ ਦੌਰਾਨ ਗਲਤੀ ਉਸ ਤੋਂ ਹਰਨੇਕ ਸਿੰਘ ਤੋਂ ਇਹ ਹੋ ਜਾਂਦੀ ਆ ਕਿ ਉਹ ਅਨੁਰਾਗ ਵਰਮਾ ਦੇ ਮੋਢੇ ਤੇ ਹੱਥ ਰੱਖ ਲੈਂਦਾ। ਉਸ ਵਕਤ ਤਾਂ ਧੰਨਵਾਦ ਕਰ ਦਿੰਦੇ ਨੇ, ਪਰ ਅਨੁਰਾਗ ਵਰਮਾ ਨੂੰ ਸ਼ਾਇਦ ਇਹ ਗੱਲ ਪਸੰਦ ਨਹੀਂ ਆਉਂਦੀ, ਕਿਉਂਕਿ ਬਿਲਕੁਲ ਅੱਧੇ ਘੰਟੇ ਬਾਅਦ ਇੱਕ ਆਰਡਰ ਆਉਂਦਾ, ਇੱਕ ਫਰਮਾਨ ਆਉਂਦਾ ਕਿ ਹਰਨੇਕ ਸਿੰਘ ਨੂੰ ਬਦਲ ਕੇ ਉੱਥੋਂ ਸਿੱਖਿਆ ਵਿਭਾਗ ਦੇ ਵਿੱਚ ਭੇਜ ਦਿੱਤਾ ਜਾਂਦਾ। ਕੱਲਾ ਉਹਨਾਂ ਨੂੰ ਜਿਹੜਾ ਸਿਵਲ ਸੈਕਟਰੀਏਟ ਆ ਸੈਕਟਰ 2 ਚੰਡੀਗੜ੍ਹ ਦੇ ਵਿੱਚ, ਉੱਥੋਂ ਨਹੀਂ ਬਦਲਿਆ ਜਾਂਦਾ, ਬਲਕਿ ਉੱਥੋਂ ਬਦਲ ਕੇ ਜਿਹੜਾ ਮਿੰਨੀ ਸੈਕਟਰੀਏਟ ਆ ਸੈਕਟਰ 9 ਚੰਡੀਗੜ੍ਹ ਦੇ ਵਿੱਚ, ਉੱਥੇ ਭੇਜ ਦਿੱਤਾ ਜਾਂਦਾ। ਤੇ ਉਹਨਾਂ ਦੀ ਜਗ੍ਹਾ ਤੇ ਇੱਕ ਦਵਿੰਦਰਪਾਲ ਸਿੰਘ ਇਨਾਮ ਦਾ ਹੋਰ ਜਿਹੜਾ ਅਧਿਕਾਰੀ ਆ, ਉਸ ਦੀ ਟਰਾਂਸਫਰ ਕਰ ਦਿੱਤੀ ਜਾਂਦੀ ਆ। ਹੁਣ ਤੁਸੀਂ ਦੇਖੋ, ਇਸ ਗੱਲ ਦੀ ਬੜੀ ਹੈਰਾਨੀ ਹੁੰਦੀ ਆ, ਔਰ ਉਸ ਆਰਡਰ ਦੀ ਕਾਪੀ ਵੀ ਅਸੀਂ ਤੁਹਾਨੂੰ ਆਪਣੇ ਸਕਰੀਨ ਤੇ ਦਿਖਾਵਾਂਗੇ। ਸਭ ਤੋਂ ਪਹਿਲਾਂ ਤਾਂ ਕਿਹਾ ਕਿ ਇਹ ਇਮੀਡੀਏਟਲੀ ਇਸ ਜਿਹੜਾ ਅਹੁਦੇ ਤੋਂ ਆਪਣਾ ਛੱਡ ਕੇ ਤੇ ਨਵਾਂ ਅਹੁਦਾ ਜੁਆਇਨ ਕਰਨ, ਤੁਰੰਤ ਪ੍ਰਭਾਵ ਦੇ ਨਾਲ ਕਰਨ, ਇਮੀਡੀਏਟ ਇਫੈਕਟ ਉੱਥੇ ਲਿਖਿਆ ਹੋਇਆ। ਦੂਸਰੀ ਗੱਲ ਉਸ ਆਰਡਰ ਦੇ ਵਿੱਚ ਹੋਰ ਵੀ ਹੈਰਾਨ ਕਰਨ ਵਾਲੀ ਆ। ਇੱਥੋਂ ਪਤਾ ਲੱਗਦਾ ਕਿ ਅਨੁਰਾਗ ਵਰਮਾ ਨੂੰ ਆਪਣੇ ਮੋਢੇ ਤੇ ਹੱਥ ਰੱਖਣਾ ਬਿਲਕੁਲ ਕਿਉਂ ਪਸੰਦ ਨਹੀਂ ਆਇਆ, ਤੇ ਗੁੱਸਾ ਉਹਨਾਂ ਦਾ ਇੰਨਾ ਵੱਧ ਗਿਆ। ਹੁਣ ਤਾਂ ਮੈਨੂੰ ਇਹ ਵੀ ਲੱਗਦਾ ਕਿ ਜਿਵੇਂ ਘੱਗਰ ਦਾ ਗੁੱਸਾ ਅੱਜ ਕੱਲ੍ਹ ਲੋਕਾਂ ਤੇ ਆਇਆ ਹੋਇਆ, ਸ਼ਾਇਦ ਅਨੁਰਾਗ ਵਰਮਾ ਦਾ ਗੁੱਸਾ ਤਾਂ ਘੱਗਰ ਤੋਂ ਵੀ ਵੱਧ ਹੋ ਗਿਆ। ਉਹਨਾਂ ਨੇ ਉਸੇ ਆਰਡਰ ਦੇ ਵਿੱਚ ਲਿਖਿਆ ਕਿ ਜੇ ਹਰਨੇਕ ਸਿੰਘ ਆਪਣੇ ਇਸ ਨਵੇਂ ਅਹੁਦੇ ਨੂੰ ਜਾਂ ਟਰਾਂਸਫਰ ਨੂੰ ਜਾਂ ਬਦਲੀ ਨੂੰ ਜੁਆਇਨ ਨਹੀਂ ਕਰਦਾ ਤੇ ਇਹਦੀ ਤਨਖਾਹ ਰੋਕ ਲਈ ਜਾਵੇ। ਤੁਸੀਂ ਦੇਖੋ ਫਰਮਾਨ ਦੇਖੋ, ਇਹਦੀ ਤਨਖਾਹ ਰੋਕ ਲਈ ਜਾਵੇ, ਔਰ ਉਦੋਂ ਤੱਕ ਤਨਖਾਹ ਨਾ ਦਿੱਤੀ ਜਾਵੇ ਜਦੋਂ ਤੱਕ ਦੁਬਾਰਾ ਐਡਮਿਨਿਸਟ੍ਰੇਸ਼ਨ ਜਾਂ ਇਸ ਦੇ ਕਿਸੇ ਤਰ੍ਹਾਂ ਦੇ ਹੁਕਮ ਨਹੀਂ ਹੁੰਦੇ ਜਾਂ ਆਰਡਰ ਨਹੀਂ ਹੁੰਦੇ। ਕਦੇ ਇਸ ਤਰ੍ਹਾਂ ਦਾ ਆਰਡਰ ਦੇਖਿਆ? ਪਰ ਹਾਂ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਵੱਡੇ ਬਾਬੂਆਂ ਦੀਆਂ ਛੋਟੀਆਂ ਈਗੋ, ਇਹਨਾਂ ਦੀਆਂ ਈਗੋਜ਼ ਜਾਗ ਪੈਂਦੀਆਂ ਨੇ, ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ। ਤੇ ਫਿਰ ਜਿਹੜੇ ਹਰਨੇਕ ਸਿੰਘ ਵਰਗੇ ਵਿਅਕਤੀ ਨੇ, ਜਿਨ੍ਹਾਂ ਨੂੰ ਚਾਅ ਚੜ੍ਹ ਜਾਂਦਾ ਜਾਂ ਜਿਹੜੇ ਭਾਵਨਾਵਾਂ 'ਚ ਬਹਿ ਜਾਂਦੇ ਨੇ ਕਿ ਚਲੋ ਸਾਡੇ ਵੱਡੇ ਅਫਸਰ ਲੱਗੇ ਨੇ, ਮੁੱਖ ਸਕੱਤਰ ਲੱਗੇ ਨੇ, ਜਦੋਂ ਮੈਂ ਇੱਕ ਮੋਢੇ ਤੇ ਹੱਥ ਰੱਖ ਕੇ ਫੋਟੋ ਹੀ ਖਿਚਾ ਲਾਂ, ਇਹ ਉਹਨਾਂ ਨੂੰ, ਇਹੋ ਜਿਹੇ ਅਫਸਰਾਂ ਨੂੰ ਰਾਸ ਨਹੀਂ ਆਉਂਦਾ। ਇਸ ਕਰਕੇ ਇਹਨਾਂ ਅਫਸਰਾਂ ਨੂੰ, ਛੋਟੇ ਅਫਸਰਾਂ ਨੂੰ ਇਹ ਲੋਕ ਸਬਕ ਸਿਖਾਉਂਦੇ ਨੇ ਤਾਂ ਕਿ ਮੁੜ ਕੇ ਇਹ ਕਿਸੇ ਨੂੰ ਆਪਣੀਆਂ ਭਾਵਨਾਵਾਂ ਨਾ ਦਿਖਾਉਣ, ਕਿਸੇ ਨੂੰ ਆਪਣਾ ਪਿਆਰ ਨਾ ਦਿਖਾਉਣ, ਕਿਸੇ ਨੂੰ ਆਪਣਾ ਖਲੂਸ ਨਾ ਦਿਖਾਉਣ, ਤੇ ਕਿਸੇ ਦੇ ਨਾਲ ਨੇੜੇ ਹੋਣ ਦੀ ਕੋਸ਼ਿਸ਼ ਨਾ ਕਰਨ। ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਲਗਾਤਾਰ ਇਹ ਕੋਸ਼ਿਸ਼ ਕਰ ਰਹੀ ਆ ਕਿ ਜਿਹੜੀਆਂ ਸੂਬਿਆਂ ਨੂੰ ਤਾਕਤਾਂ ਮਿਲੀਆਂ ਹੋਈਆਂ ਨੇ, ਖਾਸ ਤੌਰ ਤੇ ਫਾਈਨੈਂਸ਼ੀਅਲ ਆਟੋਨਮੀ ਆ ਉਹਨਾਂ ਕੋਲੇ, ਜੋ ਖੁਦ ਮੁਖਤਿਆਰੀ ਆ, ਆਤਮ ਨਿਰਭਰਤਾ,
ਆਪਣੇ ਟੈਕਸਿਸ ਨੂੰ ਲੈ ਕੇ ਕਿ ਕਿੰਨਾ ਉਹਨਾਂ ਨੇ ਟੈਕਸ ਲਾਉਣਾ, ਕਿੰਨਾ ਟੈਕਸ ਨਹੀਂ ਲਾਉਣਾ, ਕਿਹੜੀ ਵਸਤੂ ਤੇ ਲਾਉਣਾ, ਕਿਹੜੀ ਵਸਤੂ ਤੇ ਨਹੀਂ ਲਾਉਣਾ। ਲਗਾਤਾਰ ਇਸ ਸਰਕਾਰ ਦੀ ਜਾਂ ਕੇਂਦਰ ਸਰਕਾਰ ਦੀ ਜਾਂ ਭਾਰਤੀ ਜਨਤਾ ਪਾਰਟੀ ਦੀ ਇਹ ਕੋਸ਼ਿਸ਼ ਆ ਕਿ ਇਸ ਵਿਵਸਥਾ ਨੂੰ ਖਤਮ ਕਰ ਦਿੱਤਾ ਜਾਵੇ। ਤੁਸੀਂ ਯਾਦ ਕਰੋ ਸਨ 2017 ਤੋਂ ਹੀ ਇਸ ਗੱਲ ਦੀ ਸ਼ੁਰੂਆਤ ਕਰ ਦਿੱਤੀ ਗਈ ਸੀ, ਜਦੋਂ GST, ਜਿਹਨੂੰ ਗੁੱਡਸ ਐਂਡ ਸਰਵਿਸਿਜ਼ ਟੈਕਸ ਵੀ ਕਹਿੰਦੇ ਆ, ਕਿ ਅਸੀਂ ਇਸ ਦਾ ਮੁਆਵਜ਼ਾ ਦੇਣਾ ਸਟੇਟਸ ਨੂੰ ਬੰਦ ਕਰ ਦੇਣਾ। ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਕਿਸ ਤਰ੍ਹਾਂ ਜੁਲਾਈ ਦੇ ਮਹੀਨੇ ਦੇ ਵਿੱਚ ਸਨ 2022 ਦੇ ਵਿੱਚ ਮੁਆਵਜ਼ਾ ਦੇਣਾ ਸਾਰੀਆਂ ਸਟੇਟਸ ਨੂੰ ਕੇਂਦਰ ਸਰਕਾਰ ਨੇ ਬੰਦ ਕਰਤਾ ਔਰ ਪੰਜਾਬ ਸਰਕਾਰ ਨੂੰ ਜਾਂ ਪੰਜਾਬ ਨੂੰ ਇਸ ਦਾ 16,000 ਕਰੋੜ ਰੁਪਏ ਦਾ ਨੁਕਸਾਨ ਹੁੰਦਾ। ਉਸ ਤੋਂ ਬਾਅਦ ਤੁਸੀਂ ਦੇਖੋ ਇਸ ਤਰ੍ਹਾਂ ਹੀ ਲਗਾਤਾਰ ਸੋਧਾਂ ਕੀਤੀਆਂ ਜਾਂਦੀਆਂ ਨੇ ਔਰ ਇਸ ਤੋਂ ਬਾਅਦ ਰਾਜਾਂ ਦਾ ਜਾਂ ਪ੍ਰੋਵਿੰਸਿਸ ਦਾ ਜਾਂ ਸੂਬਿਆਂ ਦਾ ਉਹ ਅਧਿਕਾਰ ਵੀ ਖੋਲ੍ਹਿਆ ਜਾਂਦਾ ਕਿ ਉਹ ਆਪ ਟੈਕਸ ਲਾ ਸਕਦੇ ਨੇ। GST ਦੀ ਕਾਉਂਸਲ ਬਣਾ ਦਿੱਤੀ ਜਾਂਦੀ ਹੈ, GST ਕਾਉਂਸਲ, ਜਿਹਦੇ ਚੇਅਰਮੈਨ ਹੁੰਦੇ ਨੇ ਫਾਈਨੈਂਸ ਮਿਨਿਸਟਰ ਭਾਰਤ ਦੇ, ਯੂਨੀਅਨ ਫਾਈਨੈਂਸ ਮਿਨਿਸਟਰ ਜਿਵੇਂ ਅੱਜ ਕੱਲ੍ਹ ਨਿਰਮਲਾ ਸੀਤਾਰਮਨ ਆ, ਤੇ ਜਿਹੜੇ ਸਟੇਟ ਦੇ ਜਾਂ ਸੂਬਿਆਂ ਦੇ ਫਾਈਨੈਂਸ ਮਿਨਿਸਟਰਸ ਹੁੰਦੇ ਆ ਉਹ ਇਹਨਾਂ ਦੇ ਮੈਂਬਰ ਹੁੰਦੇ ਆ। ਤੇ ਜੇ 2/3 ਬਹੁਮਤ ਉਹਨਾਂ ਕੋਲੇ ਹੋਊਗਾ ਤਾਂ ਹੀ ਜਾ ਕੇ ਉਹ ਕਿਸੇ ਤਰ੍ਹਾਂ ਦਾ ਆਪਣੇ ਹਿਸਾਬ ਦੇ ਨਾਲ ਕੋਈ ਨਵੀਂ ਪ੍ਰੋਵੀਜ਼ਨ ਲੈ ਕੇ ਆ ਸਕਦੇ, ਨਵਾਂ ਕਾਨੂੰਨ ਲੈ ਕੇ ਆ ਸਕਦੇ ਆ। ਨਹੀਂ ਤਾਂ ਜੋ ਕੁਝ ਕੇਂਦਰ ਸਰਕਾਰ ਚਾਹੁੰਦੀ ਆ ਉਸੇ ਤਰ੍ਹਾਂ ਹੁੰਦਾ ਰਹੂਗਾ। ਹੁਣ ਇੱਕ ਨਵੀਂ ਗੱਲ ਜਿਹੜੀ ਆਈ ਆ ਔਰ ਬੀਤੇ ਕੱਲ ਉਸ ਦੀ ਇਸ GST ਕਾਉਂਸਲ ਦੀ ਮੀਟਿੰਗ ਸੀ, ਉਹਦੇ ਵਿੱਚ ਪੰਜਾਬ ਦੇ ਫਾਈਨੈਂਸ ਮਿਨਿਸਟਰ ਹਰਪਾਲ ਸਿੰਘ ਚੀਮਾ ਵੀ ਗਏ ਹੋਏ ਸੀ। ਉੱਥੇ ਗੱਲ ਇਹ ਨਵੀਂ ਜਿਹੜੀ ਪਤਾ ਲੱਗੀ ਹੋਈ ਆ ਉਹ ਇਹ ਆ ਕਿ ਹੁਣ ਐਨਫੋਰਸਮੈਂਟ ਡਾਇਰੈਕਟਰ, ਜਿਹਨੂੰ ਅਸੀਂ ED ਕਹਿੰਦੇ ਆ, ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਇਹ ਅਧਿਕਾਰ ਦਿੱਤੇ ਆ ਕਿ ਉਹ GSTN, ਜਿਹਨੂੰ ਅਸੀਂ ਕਹਿੰਦੇ ਆ, ਜਿਹੜਾ GST ਦਾ ਜਾਂ ਜਿਹੜੀਆਂ ਗੁੱਡਸ ਐਂਡ ਸਰਵਿਸਿਜ਼ ਟੈਕਸ ਨੈਟਵਰਕ ਹੈ ਇੱਕ, ਉਸ ਦਾ ਸਾਰਾ ਡਾਟਾ, ਇਸ ਡਾਟਾ ਹੁੰਦਾ ਕਿਸ ਚੀਜ਼ ਦਾ ਲੇਖਾ ਜੋਖਾ ਹੁੰਦਾ, ਉਹ ਹੁੰਦਾ ਜਿਹੜੇ ਵਪਾਰੀ ਨੇ, ਵਪਾਰ ਕਰਦੇ ਨੇ, ਬਿਜ਼ਨਸਮੈਨ ਨੇ, ਉਹ ਜਿਹੜੀ ਆਪਣੀ GST ਦੀ ਰਿਟਰਨ ਭਰਦੇ ਨੇ, ਕਿੰਨਾ ਉਹਨਾਂ ਨੂੰ ਵਾਪਸ ਮੁਆਵਜ਼ਾ ਮਿਲਦਾ ਨਹੀਂ ਮਿਲਦਾ, ਕਿਸ ਚੀਜ਼ ਦੀ ਸੇਲ ਕਰਦੇ ਨੇ, ਕਿਸ ਦੀ ਪਰਚੇਸ, ਸਾਰੇ ਦਾ ਸਾਰਾ ਬਿਜ਼ਨਸ ਦੀਆਂ ਟ੍ਰਾਂਜੈਕਸ਼ਨਸ ਨੂੰ ਲੈ ਕੇ ਸਾਰਾ ਲੇਖਾ ਜੋਖਾ ਇਸ GSTN ਦਾ ਹਿੱਸਾ ਹੁੰਦਾ। ਤੇ ਹੁਣ ਜਿਹੜੀ ਨਵੀਂ ਸੋਧ ਕੀਤੀ ਗਈ ਆ ਇਸੇ ED ਦੇ ਵਿੱਚ, ED ਦੇ ਐਕਟ ਦੇ ਵਿੱਚ, ਐਨਫੋਰਸਮੈਂਟ ਡਾਇਰੈਕਟੋਰੇਟ ਦੇ ਵਿੱਚ, ਉਸ ਅਨੁਸਾਰ ਇਹ ਸਾਰੇ ਦਾ ਸਾਰਾ ਡਾਟਾ ਸੂਬਾ ਸਰਕਾਰਾਂ ਨੂੰ ਭਾਰਤ ਸਰਕਾਰ ਦੇ ਇਸ ED ਦੇ ਨਾਲ ਸ਼ੇਅਰ ਕਰਨਾ ਪੈਣਾ, ਇਸ ਏਜੰਸੀ ਦੇ ਨਾਲ। ਹੁਣ ਤੁਸੀਂ ਆਪ ਦੱਸੋ ਕਿ ਜਦੋਂ ਜਿਹੜੇ ਵਪਾਰੀ ਵੱਧ ਟੈਕਸ ਭਰਦੇ ਨੇ, ਜੇ ਉਹਨਾਂ ਦਾ ਸਾਰਾ ਡਾਟਾ ਇਸ ED ਕੋਲੇ ਚਲਾ ਜਾਊਗਾ ਤੇ ਕੀ ਕੋਈ ਮਹਿਫੂਜ਼ ਸਮਝੂਗਾ ਆਪਣੇ ਆਪ ਨੂੰ? ਕੀ ਕੋਈ ਆਪਣੇ ਆਪ ਨੂੰ ਸੁਰੱਖਿਅਤ ਸਮਝੂਗਾ? ਕਿਉਂਕਿ ਹਮੇਸ਼ਾ ਲਗਾਤਾਰ ਉਸ ਬਿਜ਼ਨਸਮੈਨ ਤੇ, ਉਸ ਟਰੇਡਰ ਤੇ, ਉਸ ਵਪਾਰੀ ਤੇ ED ਦੀ ਤਲਵਾਰ ਲਟਕਦੀ ਰਹੂਗੀ। ਤੇ ਜੇ ਉਹਨਾਂ ਨੂੰ ਲੱਗਦਾ ਹੋਊਗਾ ਕਿਹਦਾ ਬਿਜ਼ਨਸ ਖਤਮ ਕਰਨਾ, ਕਿਹਦਾ ਬਿਜ਼ਨਸ ਖਤਮ ਨਹੀਂ ਕਰਨਾ, ਇੱਦਾਂ ਦੀਆਂ ਅਥਾਹ ਪਾਵਰਾਂ ED ਕੋਲ ਨੇ। ਇਸੇ ਕਰਕੇ ਕੱਲ ਹਰਪਾਲ ਸਿੰਘ ਚੀਮਾ ਨੇ, ਉਹਨਾਂ ਨੇ ਇਸ ਨਵੇਂ ਕਾਨੂੰਨ ਦਾ ਪੁਰਜ਼ੋਰ ਵਿਰੋਧ ਕੀਤਾ, ਇਸ ਨਵੇਂ ਸੋਧ ਦਾ ਪੁਰਜ਼ੋਰ ਵਿਰੋਧ ਕੀਤਾ। ਉਹਨਾਂ ਨੇ ਕਿਹਾ ਕਿ ਅਸੀਂ ਇਹ ਡਾਟਾ ਸ਼ੇਅਰ ਨਹੀਂ ਕਰਾਂਗੇ, ਬਲਕਿ ਸਾਰਿਆਂ ਨੂੰ ਚਾਹੀਦਾ ਕਿ ਇਸ ਚੀਜ਼ ਤੋਂ ਨਾ ਕਰਨ। ਤੁਸੀਂ ਦੇਖੋ ਪੂਰੇ ਭਾਰਤ ਦਾ ਲਗਭਗ 2 ਕਰੋੜ ਤੋਂ ਲੈ ਕੇ 2.5 ਕਰੋੜ ਇਸ ਤਰ੍ਹਾਂ ਦਾ ਬਿਜ਼ਨਸਮੈਨ ਹੈ ਜਿਹੜਾ ਇਸ GSTN ਦੇ ਇਸ ਨੈਟਵਰਕ ਦੇ ਵਿੱਚ ਆਉਂਦਾ, ਜਿਨ੍ਹਾਂ ਦਾ ਤਮਾਮ ਡਾਟਾ ਇਸ ਦੇ ਵਿੱਚ ਹੋਏਗਾ, ਜਿਹੜਾ ਕਿ ਸਾਂਝਾ ਕਰਨਾ ਪਏਗਾ ED ਦੇ ਨਾਲ। ਇਸੇ ਚੀਜ਼ ਦਾ, ਇਸੇ ਸੋਧ ਦਾ, ਇਸ ਅਮੈਂਡਮੈਂਟ ਦਾ ਦਿੱਲੀ ਨੇ ਵੀ ਵਿਰੋਧ ਕੀਤਾ, ਇਸੇ ਅਮੈਂਡਮੈਂਟ ਦਾ ਵੈਸਟ ਬੰਗਾਲ ਨੇ ਵੀ ਕੀਤਾ, ਤੇ ਇਸੇ ਸੋਧ ਦਾ ਤਮਿਲਨਾਡੂ ਨੇ ਵੀ ਇਸ ਦਾ ਪੁਰਜ਼ੋਰ ਵਿਰੋਧ ਕੀਤਾ। ਕਿਉਂਕਿ ਇਸ ਨਾਲ ਜਿਹੜੀ ਸਟੇਟਸ ਦੀ, ਰਾਜਾਂ ਦੀ ਫਾਈਨੈਂਸ਼ੀਅਲ ਆਟੋਨਮੀ ਲਗਾਤਾਰ ਖਤਮ ਹੋ ਰਹੀ ਹੈ। ਤੁਹਾਨੂੰ ਤਾਂ ਪਤਾ ਹੀ ਆ ਕਿ ਕਿਸ ਤਰ੍ਹਾਂ ਸਾਡੀ ਪੰਜਾਬ ਸਰਕਾਰ ਸੁਪਰੀਮ ਕੋਰਟ ਭੱਜੀ ਫਿਰਦੀ ਆ ਕਿ ਰੂਰਲ ਡਿਵੈਲਪਮੈਂਟ ਫੰਡ ਜਾਂ ਮਾਰਕੀਟ ਫੀ ਲਗਭਗ ਜਿਹੜਾ 4000 ਕਰੋੜ ਦੇ ਕਰੀਬ ਆ ਉਹ ਕਦੋਂ ਕੇਂਦਰ ਸਰਕਾਰ ਦੇਊਗੀ। ਲਗਾਤਾਰ ਇਹ ਸਟੇਟ ਦੀ ਆਟੋਨਮੀ ਖਤਮ ਕੀਤੀ ਜਾ ਰਹੀ ਹੈ। ਲਗਾਤਾਰ ਜਿਹੜੇ ਸਟੇਟ ਦੇ ਰਾਈਟਸ ਨੇ, ਜਿਹਨੂੰ ਅਸੀਂ ਫੈਡਰਲ ਰਾਈਟਸ ਜਾਂ ਸੰਘੀ ਢਾਂਚਾ, ਉਸ ਨੂੰ ਖਤਮ ਕੀਤਾ ਜਾ ਰਿਹਾ। ਇਹਦੀ ਇੱਕ ਤਾਜ਼ਾ ਉਦਾਹਰਨ ਆ। ਮੈਨੂੰ ਲੱਗਦਾ ਸਾਰੀਆਂ ਸਟੇਟਸ ਨੂੰ, ਸਾਰੇ ਰਾਜਾਂ ਨੂੰ, ਸਾਰੇ ਸੂਬਿਆਂ ਨੂੰ ਇਸ ਤੇ ਇਕੱਠਾ ਹੋਣਾ ਪਊਗਾ ਔਰ ਇਸ ਦਾ ਪੁਰਜ਼ੋਰ ਵਿਰੋਧ ਕਰਨਾ ਪਊਗਾ। ਨਹੀਂ ਤਾਂ ਹਮੇਸ਼ਾ ਹੀ ਸਾਰੇ ਰਾਜ ਜਾਂ ਸੂਬੇ ਕੇਵਲ ਤੇ ਕੇਵਲ ਕੇਂਦਰ ਸਰਕਾਰ ਵੱਲ ਦੇਖਦੇ ਰਹਿਣਗੇ ਕਿ ਕਦੋਂ ਪੈਸਾ ਆਊਗਾ ਜਾਂ ਕਦੋਂ ਪੈਸਾ ਉਹ ਦੇਣਗੇ। ਨਹੀਂ ਤਾਂ ਸਾਰੀ ਦੀ ਸਾਰੀ ਡਿਵੈਲਪਮੈਂਟ ਉਹਨਾਂ ਦੀ ਬਿਲਕੁਲ ਬਲੌਕ ਹੋ ਜਾਏਗੀ, ਬੰਦ ਹੋ ਜਾਏਗੀ। ਸੰਜੇ ਕੁਮਾਰ ਮਿਸ਼ਰਾ
ਐਨਫੋਰਸਮੈਂਟ ਡਾਇਰੈਕਟੋਰੇਟ ਜਿਹਦੀ ਆਪਾਂ ਹੁਣੇ ਗੱਲ ਕਰਕੇ ਹਟੇ ਹਾਂ, ਈਡੀ ਦੇ ਮੁਖੀ ਜਾਂ ਕਹਿ ਲਓ ਡਾਇਰੈਕਟਰ ਸੀ, ਜਿਨ੍ਹਾਂ ਨੂੰ ਹੁਣ ਸੁਪਰੀਮ ਕੋਰਟ ਨੇ ਇਹ ਗੱਲ ਕਹਿਤੀ ਹੈ, ਬਲਕਿ ਕੇਂਦਰ ਸਰਕਾਰ ਨੂੰ ਇਹ ਕਨਵੇ ਕੀਤਾ ਸੁਪਰੀਮ ਕੋਰਟ ਨੇ ਕਿ ਸੰਜੇ ਕੁਮਾਰ ਮਿਸ਼ਰਾ 1984 ਬੈਚ ਦੇ IRS ਇੰਡੀਅਨ ਰੈਵਨਿਊ ਸਰਵਿਸਿਜ਼ ਦੇ ਉਹ ਅਫਸਰ, ਇਹਨਾਂ ਦੀ ਨਿਯੁਕਤੀ ਅਵੈਧ ਸੀ, ਗੈਰ ਕਾਨੂੰਨੀ ਸੀ। ਇਸ ਕਰਕੇ ਇਹਨਾਂ ਨੂੰ ਇਹਨਾਂ ਦੀ ਜਿਹੜੀ ਮੌਜੂਦਾ ਪੋਸਟ ਆ ਜਾਂ ਜਿਹੜਾ ਮੌਜੂਦਾ ਅਹੁਦਾ ਇਹਨਾਂ ਦਾ ਬਤੌਰ ਡਾਇਰੈਕਟਰ ਈਡੀ, ਇਹਨਾਂ ਨੂੰ ਹਟਾਇਆ ਜਾਵੇ ਔਰ 31 ਜੁਲਾਈ ਤੱਕ ਹਟਾ ਕੇ ਨਵਾਂ ਜਿਹੜਾ ਡਾਇਰੈਕਟਰ ਆ ਉਹ ਲਾਇਆ ਜਾਵੇ। ਹੁਣ ਤੁਸੀਂ ਦੇਖੋ, ਸੁਪਰੀਮ ਕੋਰਟ ਲਗਾਤਾਰ ਕੇਂਦਰ ਸਰਕਾਰ ਨੂੰ ਹਦਾਇਤ ਕਰ ਰਿਹਾ ਕਿ ਕੀ ਤੁਹਾਡੇ ਕੋਲ ਕੋਈ ਅਫਸਰ ਨਹੀਂ ਹੈ, ਕੋਈ ਵੀ ਇਸ ਤਰ੍ਹਾਂ ਦਾ ਕਾਬਿਲ ਅਫਸਰ ਨਹੀਂ ਹੈ ਜਿਸ ਨੂੰ ਤੁਸੀਂ ਡਾਇਰੈਕਟਰ ਲਾ ਸਕੋ। ਇਸੇ ਕਰਕੇ ਹੁਣ ਤੁਸੀਂ ਦੇਖੋ ਕੇਂਦਰ ਸਰਕਾਰ ਨੂੰ ਜਿਹੜਾ ਇਸ ਤਰ੍ਹਾਂ ਦਾ ਇੱਕ ਝਟਕਾ ਲੱਗਾ। ਵੈਸੇ ਕਾਂਗਰਸ ਤਾਂ ਕਹਿ ਰਹੀ ਆ ਕਿ ਇਹ ਕੇਂਦਰ ਸਰਕਾਰ ਦੇ ਮੂੰਹ ਤੇ ਜਾਂ ਭਾਰਤੀ ਜਨਤਾ ਪਾਰਟੀ ਸਰਕਾਰ ਦੀ ਮੂੰਹ ਤੇ ਇੱਕ ਬਹੁਤ ਵੱਡੀ ਚਪੇੜ ਆ, ਕਿਉਂਕਿ ਇਸੇ ਈਡੀ ਦੇ ਨਾਲ, ਇਸੇ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਨਾਲ ਕਾਂਗਰਸ ਕਹਿੰਦੀ ਹੈ ਕਿ ਇਹ ਜਿਹੜੀ ਕੇਂਦਰ ਸਰਕਾਰ ਆ ਉਹ ਵਿਰੋਧੀ ਪਾਰਟੀਆਂ ਨੂੰ ਡਰਾਉਂਦੀ ਆ, ਧਮਕਾਉਂਦੀ ਆ ਔਰ ਸੰਜੇ ਕੁਮਾਰ ਮਿਸ਼ਰਾ ਇਹਨਾਂ ਦੇ ਖਾਸਮ ਖਾਸ ਉਹ ਸਾਰਾ ਕੁਝ ਕਰਨ ਨੂੰ ਤਿਆਰ ਸੀ। ਉਹ ਵਿਰੋਧੀ ਲੀਡਰਸ ਨੂੰ ਡਰਾਉਂਦੇ ਸੀ, ਉਹਨਾਂ ਤੇ ਰੇਡਸ ਕਰਦੇ ਸੀ, ਉਹਨਾਂ ਨੂੰ ਚੱਕ ਕੇ ਅੰਦਰ ਕਰ ਦਿੰਦੇ ਸੀ। ਕੱਲੇ ਵਿਰੋਧੀ ਪਾਰਟੀਆਂ ਨੂੰ ਨਹੀਂ ਬਲਕਿ ਕਈ ਸਰਕਾਰਾਂ ਵੀ ਈਡੀ ਦੇ ਥਰੂ ਤੋੜੀਆਂ ਗਈਆਂ ਇਸ ਦੀ ਦੁਰਵਰਤੋਂ ਕਰਕੇ। ਔਰ ਤੁਹਾਨੂੰ ਯਾਦ ਹੋਣਾ ਸਾਰੀਆਂ ਵਿਰੋਧੀ ਪਾਰਟੀਆਂ ਰਲ ਕੇ ਸੁਪਰੀਮ ਕੋਰਟ ਦੇ ਵਿੱਚ ਵੀ ਗਈਆਂ ਸੀ ਕਿ ਤੁਸੀਂ ਜਿਹੜੀਆਂ ਈਡੀ ਨੂੰ ਅਥਾਹ ਪਾਵਰਾਂ ਦਿੱਤੀਆਂ, ਜਿੰਨੀਆਂ ਪਾਵਰਸ ਦਿੱਤੀਆਂ, ਇਸ ਦਾ ਪੂਰਾ ਮਿਸਯੂਜ਼ ਹੋ ਰਿਹਾ, ਇਹਦੀ ਦੁਰਵਰਤੋਂ ਹੋ ਰਹੀ ਹੈ ਔਰ ਵਿਰੋਧੀ ਧਿਰਾਂ ਨੂੰ ਖਤਮ ਕਰਨ ਲਈ ਈਡੀ ਦਾ ਇਸਤੇਮਾਲ ਹੋ ਰਿਹਾ। ਅੱਜ ਵੀ ਇਹਨਾਂ ਕੋਲੇ ਉਨੀਆਂ ਪਾਵਰਸ ਆ, ਪਰ ਹੁਣ ਸੁਪਰੀਮ ਕੋਰਟ ਨੇ, ਬਲਕਿ 3 ਜੱਜਿਸ ਦਾ ਇਹ ਬੈਂਚ ਸੀ, ਜਸਟਿਸ SR ਗਵਈ, ਜਸਟਿਸ ਵਿਕਰਮ ਨਾਥ ਤੇ ਜਸਟਿਸ ਸੰਜੇ ਕਰੌਲ, ਇਹਨਾਂ ਨੇ ਇਹ ਗੱਲ ਸਪਸ਼ਟ ਕਰਤੀ ਆ ਕਿ ਜਿੰਨਾ ਕੁਝ ਵੀ ਤੁਸੀਂ ਕੀਤਾ ਇਸ ਡਾਇਰੈਕਟਰ ਨੂੰ ਲਾਉਣ ਲਈ, ਸੰਜੇ ਕੁਮਾਰ ਮਿਸ਼ਰਾ ਨੂੰ ਲਾਉਣ ਲਈ, ਇਹ ਬਿਲਕੁਲ ਅਵੈਧ ਆ, ਇਹ ਗੈਰ ਕਾਨੂੰਨੀ, ਤੇ ਇਸ ਕਰਕੇ ਇਸ ਨੂੰ ਬਦਲ ਦਿੱਤਾ ਜਾਵੇ। ਹੁਣ ਤੁਸੀਂ ਇੱਕ ਚੀਜ਼ ਹੋਰ ਦੇਖੋ, ਸੰਜੇ ਕੁਮਾਰ ਮਿਸ਼ਰਾ ਨੂੰ ਵੈਸੇ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਲਗਾਤਾਰ ਤੀਸਰੀ ਐਕਸਟੈਂਸ਼ਨ ਦਿੱਤੀ ਗਈ ਸੀ ਔਰ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦਾ ਸਨ 2021 ਦਾ ਆਪਣਾ ਫੈਸਲਾ, ਇੱਕ ਮੈਂਡੇਮੈਂਸ ਪਾਈ ਸੀ। ਮੈਂਡੇਮੈਂਸ ਹੁੰਦੀ ਆ ਕਿ ਕਿਸੇ ਨੂੰ ਜਦੋਂ ਇਹਦਾ ਅਸਲੀ ਮਤਲਬ ਤਾਂ ਇਹ ਆ ਕਿ ਵੀ ਕਮਾਂਡ, ਅਸੀਂ ਕਮਾਂਡ ਕਰਦੇ ਹਾਂ ਜਾਂ ਇਸ ਤਰ੍ਹਾਂ ਦਾ ਸਾਡਾ ਇਹ ਆਰਡਰ ਆ, ਜੋ ਕੁਝ ਹੋ ਰਿਹਾ ਇਹ ਠੀਕ ਨਹੀਂ ਹੋ ਰਿਹਾ ਤੇ ਇਹਨੂੰ ਬਦਲ ਦਿਓ। ਸਨ 2021 ਦਾ ਸੁਪਰੀਮ ਕੋਰਟ ਦਾ ਫੈਸਲਾ, ਪਰ ਇਸ ਫੈਸਲੇ ਦੀ ਕੇਂਦਰ ਸਰਕਾਰ ਨੇ ਤਾਂ ਗੌਰ ਹੀ ਨਹੀਂ ਕੀਤੀ, ਕਿਉਂਕਿ ਉਹ ਤਾਂ ਮਨਮਾਨੀ ਕਰਦੀ ਆ, ਆਪਣੀਆਂ ਚਲਾਉਂਦੀ ਆ, ਕੋਈ ਉਹਨਾਂ ਦੀ ਕਾਨੂੰਨ ਨਹੀਂ ਹੈ। ਇਸੇ ਕਰਕੇ ਇਸ ਸੰਜੇ ਕੁਮਾਰ ਮਿਸ਼ਰਾ ਨੂੰ ਨਵੰਬਰ ਤੱਕ, ਇਸ ਸਾਲ ਦੇ ਸਨ 2023 ਦੇ ਨਵੰਬਰ ਤੱਕ ਇਹਨਾਂ ਨੂੰ ਐਕਸਟੈਂਸ਼ਨ ਦੇ ਦਿੱਤੀ ਗਈ ਸੀ। ਤੇ ਵੈਸੇ ਵੀ ਇੱਕ ਹੋਰ ਸੋਧ ਵੀ ਕੀਤੀ ਗਈ ਸੀ, ਉਹ ਵੀ ਤੁਸੀਂ ਯਾਦ ਕਰ ਲਓ ਕਿ ਹਰੇਕ ਜਿਹੜਾ ਡਾਇਰੈਕਟਰ ਆ ਏਜੰਸੀਆਂ ਦਾ ਉਹ 5-5 ਸਾਲ ਰਹੇਗਾ। ਖੈਰ ਉਸ ਦੇ ਵਿੱਚ ਤਾਂ ਨਹੀਂ ਕੋਈ ਬਦਲਾਅ ਕੀਤਾ, ਪਰ ਹਾਂ ਇਸ ਵਿੱਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਬਿਲਕੁਲ ਸਾਫ਼-ਸਾਫ਼ ਕਹਿਤਾ। ਸੋ ਕੇਂਦਰ ਸਰਕਾਰ ਲਈ ਜਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲਈ ਇਹ ਇੱਕ ਬਹੁਤ ਵੱਡਾ ਝਟਕਾ। ਪਰ ਦੇਖੋ ਅਮਿਤ ਸ਼ਾਹ ਕੀ ਕਹਿੰਦੇ ਆ, ਭਾਰਤ ਦੇ ਗ੍ਰਹਿ ਮੰਤਰੀ ਕੀ ਕਹਿੰਦੇ ਆ, ਹੋਮ ਮਿਨਿਸਟਰ ਕਹਿੰਦੇ ਡਾਇਰੈਕਟਰ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਡਾਇਰੈਕਟਰ ਕੋਈ ਵੀ ਹੋਵੇ, ਪਰ ਸਾਡੀ ਜਿਹੜੀ ਮੁਹਿੰਮ ਆ ਉਹ ਇਸ ਤਰ੍ਹਾਂ ਹੀ ਚੱਲਦੀ ਰਹੇਗੀ, ਕਰਪਸ਼ਨ ਦੇ ਖਿਲਾਫ, ਭ੍ਰਿਸ਼ਟਾਚਾਰ ਦੇ ਖਿਲਾਫ। ਤੇ ਫਿਰ ਕਪਿਲ ਸਿੱਬਲ ਜਿਹੜੇ ਸੁਪਰੀਮ ਕੋਰਟ ਦੇ ਇੱਕ ਸੀਨੀਅਰ ਵਕੀਲ ਨੇ, ਸਾਬਕਾ ਕੇਂਦਰੀ ਮੰਤਰੀ ਵੀ ਆ, ਉਹ ਕਹਿੰਦੇ ਜੇ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਵੀ ਕੋਈ ਵੀ ਡਾਇਰੈਕਟਰ ਲੱਗ ਜੇ ਤੇ ਫਿਰ ਤੁਸੀਂ ਸੰਜੇ ਕੁਮਾਰ ਮਿਸ਼ਰਾ ਨੂੰ ਬਾਰ-ਬਾਰ ਲਾਉਂਦੇ ਕਿਉਂ ਰਹੇ ਆ, ਇਹਨਾਂ ਨੂੰ ਗੈਰ ਕਾਨੂੰਨੀ ਢੰਗ ਨਾਲ, ਅਵੈਧ ਢੰਗ ਨਾਲ ਲਾਉਂਦੇ ਕਿਉਂ ਰਹੇ ਆ, ਕਿਸੇ ਹੋਰ ਡਾਇਰੈਕਟਰ ਨੂੰ ਲੈ ਆਉਂਦੇ। ਤੁਹਾਨੂੰ ਤਾਂ ਸੁਪਰੀਮ ਕੋਰਟ ਨੇ ਕਿੰਨੀ ਵਾਰੀ ਕਿਹਾ ਸੀ ਕਿ ਨਵਾਂ ਡਾਇਰੈਕਟਰ ਲੈ ਆਓ। ਵੈਸੇ ਮੈਂ ਜਾਂਦਾ ਤੁਹਾਨੂੰ ਇੱਕ ਅੰਕੜਾ ਵੀ ਦੱਸਦਾ ਕਿ ਈਡੀ ਦੀ ਕਾਰਗੁਜ਼ਾਰੀ ਕੀ ਆ ਪਿਛਲੇ 17 ਸਾਲਾਂ ਤੱਕ। ਔਰ ਮੈਂ ਸਨ 2022 ਦੇ ਵਿੱਚ ਜੁਲਾਈ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਇਹ ਰਿਪੋਰਟ ਪੇਸ਼ ਹੋਈ ਸੀ, ਉਹ ਤੁਹਾਨੂੰ ਥੋੜੀ ਜਿਹੀ ਦੱਸਦਾ। ਜਦੋਂ ਪੰਕਜ ਚੌਧਰੀ ਮਿਨਿਸਟਰ ਆਫ ਸਟੇਟ ਫਾਰ ਫਾਈਨੈਂਸ, ਉਹ ਫਾਈਨੈਂਸ ਮਿਨਿਸਟਰ ਸਟੇਟ ਨੇ, ਨਿਰਮਲਾ ਸੀਤਾਰਮਨ ਤੋਂ ਬਾਅਦ ਜਿਹੜਾ ਮਿਨਿਸਟਰ ਆਫ ਸਟੇਟ ਹੁੰਦਾ ਉਹ ਹੁੰਦਾ, ਉਸ ਨੇ ਇਹ ਰਿਪੋਰਟ ਪੇਸ਼ ਕੀਤੀ ਸੀ ਜਿਹਦੇ ਵਿੱਚ ਕਿਹਾ ਗਿਆ ਸੀ ਕਿ 17 ਸਾਲਾਂ ਦੇ ਦੌਰਾਨ ਲਗਭਗ 5422 ਕੇਸ ਜਿਹੜੇ ਆ ਉਹ ਈਡੀ ਨੇ ਰਜਿਸਟਰ ਕੀਤੇ ਆ। ਤੁਸੀਂ ਇਹਦਾ ਅੰਦਾਜ਼ਾ ਲਾਓ। ਔਰ ਇਸ ਦੌਰਾਨ ਜਿਹੜੇ 3555 ਰੇਡਸ ਕੰਡਕਟ ਕੀਤੀਆਂ, ਕੇਸ ਰਜਿਸਟਰ ਕੀਤੇ ਆ, ਇਹ ਨਰਿੰਦਰ ਮੋਦੀ ਸਰਕਾਰ ਦੇ ਦੌਰਾਨ ਕੀਤੇ ਗਏ ਨੇ।
ਹੁਣ ਤੁਸੀਂ ਦੇਖੋ ਇਹ ਚੋਂ ਚਾਰਜਸ਼ੀਟ ਕੀਤੇ ਕਿੰਨੇ ਕੀਤੇ ਗਏ ਨੇ ਜਾਂ ਚਲਾਨ ਕਿੰਨੇ ਪੇਸ਼ ਕੀਤੇ ਗਏ ਨੇ, ਕੇਵਲ 992। ਤੇ ਫਾਈਨਲੀ ਮੈਂ ਤੁਹਾਨੂੰ ਦੱਸਦਾ ਇਹ ਚੋਂ ਕਨਵਿਕਸ਼ਨ ਕਿੰਨਿਆਂ ਨੂੰ ਹੋਈ ਆ, ਸਜ਼ਾਵਾਂ ਕਿੰਨਿਆਂ ਨੂੰ ਹੋਈਆਂ, ਕੇਵਲ 23। ਜਸਟ ਇਮੈਜਿਨ, ਆਊਟ ਆਫ 5422 ਇੰਨੇ ਕੇਸਾਂ ਚੋਂ। ਤੇ ਇਹ 0.5% ਕਨਵਿਕਸ਼ਨ ਵੀ ਨਹੀਂ ਬਣਦੀ। ਇਹ ਤਾਂ ਹਾਲ ਆ। ਪਰ ਡਰਾਇਆ ਧਮਕਾਇਆ ਇਸ ਤਰ੍ਹਾਂ ਜਾ ਰਿਹਾ। ਤੁਸੀਂ ਕੋਈ ਦੇਖ ਲਓ, ਪਾਰਟੀਆਂ ਦੇਖ ਲਓ, ਸਰਕਾਰਾਂ ਦੇਖ ਲਓ। ਮਹਾਰਾਸ਼ਟਰ ਦੀ ਸਰਕਾਰ ਹੋਈ, ਸ਼ਿਵ ਸੈਨਾ ਪਾਰਟੀ ਹੋਈ, ਐਨਸੀਪੀ ਨੈਸ਼ਨਲਿਸਟ ਕਾਂਗਰਸ ਪਾਰਟੀ ਹੋਈ, ਸਾਰੀਆਂ ਬਲੇਮ ਲਾਉਂਦੀਆਂ ਕਿ ਸਾਨੂੰ ਡਰਾ ਧਮਕਾ ਕੇ ਇਹਨਾਂ ਨੇ ਇਸ ਤਰ੍ਹਾਂ ਤੋੜਿਆ। ਹੁਣ ਦੇਖਦੇ ਹਾਂ ਕਿ ਸੁਪਰੀਮ ਕੋਰਟ ਦੇ ਇਸ ਫੈਸਲੇ ਦੇ ਨਾਲ ਈਡੀ ਦਾ ਨਵਾਂ ਡਾਇਰੈਕਟਰ ਕੌਣ ਆਉਂਦਾ ਤੇ ਕੀ ਉਹ ਭਾਰਤੀ ਜਨਤਾ ਪਾਰਟੀ ਜਾਂ ਕੇਂਦਰ ਦੀ ਸਰਕਾਰ ਆ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਕੇਵਲ ਉਹਦੇ ਕਹਿਣੇ ਤੇ ਚੱਲੇਗਾ ਕਿ ਆਪਣੇ ਦਿਮਾਗ ਦੇ ਨਾਲ ਜਾਂ ਆਪਣੀ ਜਿਹੜੀ ਸਮਰੱਥਾ ਜਾਂ ਆਪਣੀ ਬੁੱਧੀ ਦੇ ਨਾਲ ਵੀ ਕੋਈ ਕੰਮ ਕਰੇਗਾ। ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ, ਮੈਂ ਮਨਪ੍ਰੀਤ ਰੰਧਾਵਾ।